सत श्री अकाल पाकिस्तान दे विच आप सब दा स्वागत है जी। मैं तुहाडा वीर भुपिंदर सिंह लवली अते मैं अज पहुँच गया किला रोहतास दे विच। यह किला मौजूद है तहसील दीना ज़िला जेहलम दे विच और इस किले दे नाल बहुत सारियां यादां पंजाबियां दियां जुड़ियां हुईयां ने। इस किले दे नाल ही साहिब श्री गुरु नानक देव जी का चरण छो प्राप्त अस्थान भी है जिन्हों गुरुद्वारा चोआ साहब आख्या जाता है। नाल ही किला जिहड़ा मौजूद है ये बहुत सारे इतिहासक तत्व जी जानने की कोशिश करांगे क्योंकि इस किले के अंदर माता साहब कौर जी का जन्म स्थान भी है और माता साहब कौर जी को सिख कौम की माता का लकब दिता गया है। सो आओ अज का यह खूबसूरत सफ़र का आगाज़ करते हैं और नाल दे नाल रस्ते दे विच बहुत सारे कुदरती मनाजर भी आप इंजॉय करांगे। सो आओ चलते हैं जी। लो जी हुण असी गुरुद्वारा साहब गुरुद्वारा चोआ साहब पहुँच गए हैं जी। और यह वो इतिहासक अस्थान ने, यह वो इतिहास है जो किसी भी कौम का जिहड़ा सरमाया होंदा है, उहदा टक होंदा है, उहदी बेसिक्स होंदियां ने। सो साडे जिहड़े सिख धर्म दे विच जदों आपां अरदास करते हैं सुबह शाम वेले तां उहदे विच इन्हां सारियां गुरुद्वारियां नूं आपां याद करते हैं जो 1947 की वंड तो बाद सिख कौम तो विछड़ चुके हैं। सो यह इतिहास जिहड़ा है वो कभी भी असी भुल नहीं सकते, असीं इहदे नाल जुड़े हुए हैं। साडा अकीदत जिहड़ा है वो इन्हां थावां दे नाल जुड़िया होया है और बड़ी खुशाइंद गल है कि बड़ी चिर बाद है गुरुद्वारा साहब दोबारा बहाल कर दिता गया है, गुरुद्वारा साहब नूं दोबारा खोल दिता गया है। इत्थे हजे साहिब श्री गुरु ग्रंथ साहब जी महाराज का प्रकाश नहीं है क्योंकि इत्थे सिख मौजूद नहीं हैं। सो आओ गुरुद्वारा साहब के दर्शन करते हैं, इत्थे दा इतिहास जानने की कोशिश करते हैं ते नाल दे नाल फिर मैं तुहानूं वो चोआ भी विखावांगा जिहदे नाम उपर इस गुरु घर का नाम गुरुद्वारा श्री चोआ साहब है। सो आओ गुरु घरां दे दर्शन करिए।
ਲੋ ਜੀ, ਇਸ ਵੇਲੇ ਆਪਾਂ ਚੋਆ ਸਾਹਿਬ ਦੇ ਕਰੀਬ ਬੈਠੇ ਹਾਂ। ਇਹ ਉਹ ਚੋਆ ਹੈ ਜਿੱਥੋਂ ਪਾਣੀ ਜਿਹੜਾ ਹੈ ਉਹ ਪਿਛਲੇ 500 ਸਾਲ ਤੋਂ ਨਿਕਲ ਰਿਹਾ ਹੈ, ਔਰ ਜਿੱਥੇ ਇਹ ਖੇਤ ਸਹਿਰਾਬ ਕਰ ਰਿਹਾ ਹੈ ਉੱਥੇ ਹੀ ਇਸ ਚੋਵੇ ਦੇ ਜ਼ਰੀਏ ਇਹ ਪਾਣੀ ਜਿਹੜਾ ਹੈ ਉੱਪਰ ਸ਼ਹਿਰ ਤੱਕ ਵੀ ਪਹੁੰਚਾਇਆ ਜਾ ਰਿਹਾ ਹੈ। ਤੁਸੀਂ ਆਲੇ ਦੁਆਲੇ 'ਚ ਵੇਖ ਸਕਦੇ ਹੋ, ਇੱਥੇ ਟੈਂਕੀਆਂ ਔਰ ਮਸ਼ੀਨਰੀ ਦੇ ਜ਼ਰੀਏ ਪਾਣੀ ਜਿਹੜਾ ਹੈ ਉੱਪਰ ਸ਼ਹਿਰ ਦੇ ਵਿੱਚ ਵੀ ਪਹੁੰਚਾਇਆ ਜਾ ਰਿਹਾ। ਇਹ ਇਤਿਹਾਸ ਜਿਹੜਾ ਹੈ, ਇਹ ਕੁਦਰਤ ਜਿਹੜੀ ਹੈ, ਇਹ ਉਹਨਾਂ ਲੋਕਾਂ 'ਤੇ ਮਿਹਰਬਾਨ ਹੁੰਦੀ ਹੈ ਜੋ ਲੋਕ ਤੁਹਾਨੂੰ ਰੱਬ ਦੇ ਨਾਲ ਜੋੜਦੇ ਨੇ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਚੀਜ਼ਾਂ ਆਮ ਸਮਝ ਦੇ, ਆਮ ਬੰਦੇ ਦੀ ਸਮਝ ਤੋਂ ਬਹੁਤ ਉੱਪਰ ਦੀਆਂ ਨੇ। ਸੋ ਇਹ ਵੇਖਿਓ ਕੁਦਰਤ ਦਾ ਇੱਕ ਨਜ਼ਾਰਾ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਦੇ ਉੱਪਰ ਆਏ ਤਾਂ ਇੱਥੇ ਦੇ ਲੋਕਾਂ ਨੇ ਬਾਬਾ ਜੀ ਨੂੰ ਆਖਿਆ ਕਿ ਇੱਥੇ ਪਾਣੀ ਦੀ ਬੜੀ ਸਮੱਸਿਆ ਹੈ, ਪਾਣੀ ਦੀ ਬੜੀ ਮੁਸ਼ਕਿਲ ਹੈ, ਪਾਣੀ ਨਹੀਂ ਹੈ ਇੱਥੇ। ਤੇ ਫਿਰ ਬਾਬਾ ਜੀ ਨੇ ਇੱਥੇ ਹੁਕਮ ਕੀਤਾ ਔਰ ਉਹਨਾਂ ਦੀ ਹੁਕਮ ਦੇ ਨਾਲ ਪਾਣੀ ਦਾ ਇੱਕ ਚਸ਼ਮਾ ਜਿਹੜਾ ਹੈ ਇਹ ਇੱਥੋਂ ਨਿਕਲਿਆ। ਬਾਬਾ ਜੀ ਦਾ ਸਫ਼ਰ ਟਿੱਲਾ ਜੋਗੀਆਂ ਤੋਂ ਬਾਅਦ ਇੱਥੇ ਆਇਆ ਔਰ ਇੱਥੋਂ ਉਹਨਾਂ ਦਾ ਸਫ਼ਰ ਜਿਹੜਾ ਹੈ ਉਹ ਜਾਰੀ ਰਿਹਾ ਹੈ। ਉਸ ਤੋਂ ਬਾਅਦ ਜਿਹੜਾ ਹੈ ਵੇਖ ਸਕਦੇ ਹੋ ਤੁਸੀਂ, ਇਸ ਚਸ਼ਮੇ ਦੇ ਜ਼ਰੀਏ, ਇਸ ਪਾਣੀ ਦੇ ਜ਼ਰੀਏ, ਇੱਥੇ ਪਾਣੀ ਦਾ ਹੋਰ ਕੋਈ ਜ਼ਖੀਰਾ ਨਹੀਂ ਹੈ। ਇਸੇ ਪਾਣੀ ਦੇ ਨਾਲ ਖੇਤ ਵੀ ਸੈਰਾਬ ਹੁੰਦੇ ਨੇ। ਇਹ ਚਸ਼ਮਾ ਜਿਹੜਾ ਹੈ ਇਸ ਜਗ੍ਹਾ ਦਾ ਨਾਮ ਚੋਆ ਸਾਹਿਬ ਹੋ ਗਿਆ। ਸੋ ਇਹ ਚੋਆ ਤੁਸੀਂ ਵੇਖ ਰਹੇ ਹੋ, ਇਹਦਾ ਨਜ਼ਾਰਾ ਤੁਸੀਂ ਵੇਖ ਰਹੇ ਹੋ। ਹੁਣ ਵੀ 500 ਸਾਲ ਹੋ ਗਏ ਨੇ। ਗੁਰੂ ਘਰ ਦੀ ਜਿਹੜੀ ਇਹ ਬਿਲਡਿੰਗ ਹੈ ਜਾਂ ਇਹ ਜਿਹੜਾ ਸਰੋਵਰ ਸਾਹਿਬ ਹੈ, ਇਹ 1834 ਵਿੱਚ ਬਣਾਇਆ ਗਿਆ ਸੀ। ਜਦੋਂ ਸਰਕਾਰੇ ਖਾਲਸਾ ਇੱਥੇ ਆਈ ਤਾਂ ਇਹ ਥਾਂ ਆਬਾਦ ਕੀਤੀ ਗਈ ਔਰ ਫਿਰ ਵਕਤਨ ਫਵਕਤਨ ਜਿਹੜੀ ਹੈ ਇਹ ਥਾਂ ਆਬਾਦ ਹੁੰਦੀ ਗਈ। 47 ਦੇ ਵਿੱਚ ਜਦੋਂ ਉਜਾੜਾ ਹੋ ਗਿਆ, ਲੋਕ ਇੱਥੋਂ ਚਲੇ ਗਏ ਤਾਂ ਬੇਆਬਾਦ ਹੋ ਗਈ। ਔਰ ਤੁਸੀਂ ਵੇਖ ਸਕਦੇ ਹੋ ਕਿ ਸਰੋਵਰ ਸਾਹਿਬ ਦੇ ਆਲੇ ਦੁਆਲੇ ਦੇ ਹਾਲਾਤ ਜਿਹੜੇ ਨੇ ਉਹ ਥੋੜ੍ਹੇ ਜਿਹੇ ਬੇਆਬਾਦ ਨੇ। ਲੇਕਿਨ ਗੁਰਦੁਆਰਾ ਸਾਹਿਬ ਦੀ ਰਿਸਟੋਰੇਸ਼ਨ ਤੋਂ ਬਾਅਦ ਇਸ ਸਰੋਵਰ ਸਾਹਿਬ ਵੱਲ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ, ਕੰਮ ਹੋਣ ਜਾ ਰਿਹਾ ਹੈ। ਤੁਸੀਂ ਵੇਖ ਸਕਦੇ ਹੋ ਇੱਥੇ ਚਸ਼ਮਾ ਜਿਹੜਾ ਹੈ ਉਹ ਪਿਛਲੇ 500 ਸਾਲਾਂ ਤੋਂ ਜਿਹੜਾ ਹੈ ਇਹ ਪਾਣੀ ਨਿਕਲ ਰਿਹਾ ਹੈ। ਚਸ਼ਮੇ ਦੇ ਨਾਲ ਨਾਲ ਬਹੁਤ ਸਾਰੀਆਂ ਥਾਵਾਂ 'ਤੇ ਉਹ ਤਖਤੀਆਂ ਹਜੇ ਵੀ ਲੱਗੀਆਂ ਹੋਈਆਂ ਨੇ ਜਿਨ੍ਹਾਂ ਲੋਕਾਂ ਨੇ ਉਸ ਵੇਲੇ ਇਸ ਗੁਰੂ ਘਰ ਨੂੰ ਆਬਾਦ ਕੀਤਾ, ਤਾਮੀਰ ਕੀਤਾ। ਸੋ ਹੁਣ ਆਓ ਚੱਲਦੇ ਹਾਂ ਜਿਸ ਤਰ੍ਹਾਂ ਇਹ ਗੁਰਦੁਆਰਾ ਸਾਹਿਬ ਦੁਬਾਰਾ ਰਿਸਟੋਰ ਹੋਇਆ ਵਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਔਰ ਉਹ ਕੌਣ ਲੋਕ ਸਨ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਵਾਸਤੇ ਦਾਨ ਕੀਤਾ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੀ ਕੀਤਾ, ਪਾਕਿਸਤਾਨ ਦੀ ਗੌਰਮੈਂਟ ਨੇ ਕਿਉਂ ਦਰਿਆ ਦਿਲੀ ਵਿਖਾਈ। ਸੋ ਆਓ ਬਹੁਤ ਸਾਰੀਆਂ ਅਜੇ ਗੱਲਾਂ ਕਰਨੀਆਂ ਨੇ, ਆ ਜਾਓ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। बेसिकली करना होंदा है कि डॉक्यूमेंट करना है हर चीज़ जी उत्थे नज़र आ रही है। जे इट टुटी हुई है, टुटी तुसी बनानी, आर्किटेक्चरली एक डॉक्यूमेंटेशन बना लिए, तस्वीरें ले ली हैं, वीडियो ले लिए। नाउ यू अब आपके पास एक कंपैरिजन है। ਲਓ ਜੀ, ਜਿਸ ਤਰ੍ਹਾਂ ਆਪਾਂ ਪਹਿਲੇ ਵੀ ਇਸ ਗੱਲਬਾਤ ਪੂਰੀ ਕੀਤੀ ਕਿ ਗੁਰਦੁਆਰਾ ਸਾਹਿਬ ਜਿਹੜਾ ਚੋਆ ਸਾਹਿਬ ਗੁਰਦੁਆਰਾ ਸਾਹਿਬ ਹੈ, ਇਹ ਸਾਡਾ ਸਿੱਖ ਧਰਮ ਦਾ ਇਤਿਹਾਸਕ ਸਥਾਨ ਹੈ। ਔਰ ਜਿਹੜਾ ਇਤਿਹਾਸ ਹੁੰਦਾ ਹੈ ਉਹ ਕੌਮਾਂ ਦਾ ਟੱਕ ਹੁੰਦਾ ਹੈ, ਕੌਮਾਂ ਦੀ ਬੇਸਿਕ ਚੀਜ਼ਾਂ ਹੁੰਦੀਆਂ ਨੇ। ਕਿਉਂਕਿ ਅਗਰ ਇਤਿਹਾਸ ਦੇ ਵਿੱਚੋਂ ਇਹਨਾਂ ਚੀਜ਼ਾਂ ਨੂੰ ਹਟਾ ਦਿੱਤਾ ਜਾਵੇ ਤਾਂ ਇਤਿਹਾਸ ਦੇ ਵਿੱਚ ਕੋਈ ਚੀਜ਼ ਰਹਿ ਨਹੀਂ ਜਾਂਦੀ। ਔਰ ਵੈਸੇ ਵੀ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਸਿੱਖ ਲੋਕ ਰਹਿੰਦੇ ਨੇ ਉਹ ਇਹਦੇ ਨਾਲ ਜੁੜੇ ਹੋਏ ਨੇ। ਸੋ ਇਹਦੇ ਗੁਰੂ ਘਰ ਦੇ ਰਿਸਟੋਰੇਸ਼ਨ ਵਾਸਤੇ ਬਹੁਤ ਸਾਰੇ ਸਿੱਖਾਂ ਨੇ ਅਹਿਮ ਕਿਰਦਾਰ ਅਦਾ ਕੀਤਾ। ਕਿਉਂਕਿ 47 ਦੇ ਵਿੱਚ ਜਦੋਂ ਲੋਕ ਚਲੇ ਗਏ ਤੇ ਇਹ ਥਾਵਾਂ ਬੇਆਬਾਦ ਹੋ ਗਈਆਂ ਔਰ ਉਸ ਤੋਂ ਬਾਅਦ ਲੰਬੀ ਚੌੜੀ ਸਮੇਂ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਜਿਹੜਾ ਹੈ ਉਹ ਆਬਾਦ ਕੀਤਾ ਗਿਆ ਹੈ। ਸੋ ਇਸ ਵੇਲੇ ਜਿਹੜੇ ਸਾਡੇ ਨਾਲ ਮੌਜੂਦ ਨੇ ਰਬਾਬ ਚਿਸ਼ਤੀ ਜੀ, ਜਿਨ੍ਹਾਂ ਨੇ ਇਸ ਗੁਰੂ ਘਰ ਦਾ ਰਿਸਟੋਰੇਸ਼ਨ ਦਾ ਕੰਮ ਕੀਤਾ, ਇਹਨਾਂ ਨਾਲ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਨੇ। ਉਹਨਾਂ ਲੋਕਾਂ ਨੂੰ ਯਾਦ ਕਰਨਾ ਹੈ, ਉਹਨਾਂ ਲੋਕਾਂ ਬਾਰੇ ਗੁਫ਼ਤਗੂ ਕਰਨੀ ਹੈ ਜਿਨ੍ਹਾਂ ਨੇ ਬੜਾ ਅਹਿਮ ਕਿਰਦਾਰ ਅਦਾ ਕੀਤਾ। ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਆਇਆਂ ਨੂੰ ਤੁਹਾਨੂੰ ਪ੍ਰੋਗਰਾਮ ਦੇ ਵਿੱਚ। ਤੁਸੀਂ ਰਬਾਬ ਜੀ ਸਾਨੂੰ ਦੱਸੋ ਕਿ ਇਸ ਗੁਰੂ ਘਰ ਦੇ ਵਿੱਚ ਜਦੋਂ ਇਹ ਸਥਾਨ ਤੁਹਾਨੂੰ ਮਿਲਿਆ ਤੇ ਤੁਹਾਨੂੰ ਕੀ ਮੁਸ਼ਕਲਾਤ ਦਰਪੇਸ਼ ਹਨ ਸ਼ੁਰੂ ਦੇ ਵਿੱਚ ਔਰ ਕਿਹੜਾ ਕੰਮ ਇੱਥੇ ਤੁਹਾਨੂੰ ਕਰਨਾ ਪਿਆ? जी शुक्रिया आपका मुझे बुलाने का। दूसरा मैं शुरू करूँगी जब मैं पहली बार यहाँ पर आई।
2017 में जी। मैं अपना बैचलर्स का थीसिस कर रही थी। मैं बीकन हाउस नेशनल यूनिवर्सिटी से ग्रेजुएट हुई हूँ, आर्किटेक्ट हूँ, रेस्टोरर हूँ। मैंने अपने थीसिस में इसको डॉक्यूमेंट किया उस हालत में जिस हालत में अभी पहली इस पे आप कह लें कि रेनोवेशन भी नहीं हुई थी। जब वो एक किसी क्योंकि सिखाते रहते थे, उनका दिल दुखता था, वो कुछ ना कुछ छोटा मोटा करा जाते थे। तो मैंने इसको मोस्ट ओरिजिनल हालत में आप कह लें डॉक्यूमेंट किया। जब यहाँ सारा इसमें से आपको कुछ भी नहीं नज़र आ रहा था, सरोवर बिल्कुल अबैंडन था क्योंकि इन्होंने पानी लेना छोड़ दिया था। दे कन्वर्टेड द वाटर वेल देयर। उसमें फिर ये हुआ कि मैंने पूरा डॉक्यूमेंट किया, अपना थीसिस किया। थीसिस किसी कंपटीशन के लिए गया ऑस्ट्रेलिया, वहाँ से फिर रंजीत नगारा फाउंडेशन ने मुझसे रब्ता किया। आफ्टर माई ग्रेजुएशन 2019 अगस्त में, 1 अगस्त को हमारा पहला दिन था यहाँ पे। जब हम यहाँ पे आए हैं तो हालात काफ़ी फ़र्क थे 2017 की मुनासबत से। एक तो 2 साल की आप कह लें मज़ीद डिटीरिएशन हुई भी थी, और फिर उसके बाद जब हम आए हैं तो कुछ इंटरवेंशंस ऐसी थी जो लोगों ने अपनी मोहब्बत में की थी। आप गलत नहीं कह सकते, लेकिन उनसे डैमेज और ज़्यादा बढ़ा हुआ था। मतलब फ्रंट पूरा उन्होंने सीमेंट से प्लास्टर करा दिया, खिड़कियाँ लगवा दी एलुमिनियम की, जो कि बिल्कुल रेस्टोरेशन के असूलों के ख़िलाफ़ है। फिर हम ETP भी वैक्यू ट्रांसपोर्ट प्रॉपर्टी, इमरान गोंदल साहब, डॉक्टर अमीर, डॉक्टर मिमपाल साहब, EPSGPC, गवर्नमेंट ऑफ पाकिस्तान, दे DC जेलम जो थे स्पेशली, दे ऑल वर अ मेजर पार्ट ऑफ दिस प्रोजेक्ट। उनकी सपोर्ट थी। वो लिटरली हर महीने में एक बार विज़िट करते थे कि क्या चल रहा है, किस तरीके से चल रहा है। देन रंजीत नगारा ट्रस्टेड अस द मोस्ट। उनका भरोसा था क्योंकि वो ऑब्वियसली फॉरेन फाउंडेशन है, उनका भरोसा था हम जो कर रहे हैं वो सारी डॉक्यूमेंटेशन, फिर सारा कुछ। ये रंजीत नगारा आप बता सकते हैं कि ये रंजीत नगारा इज़ US बेस्ड फाउंडेशन नहीं, ऑर्गेनाइजेशन है, नॉन प्रॉफिट, जो कि सिख हेरिटेज चीज़ों या सिख बिल्डिंग्स की हिफाजत करती है। जी जी। तो उन्होंने दिस इज़ द फर्स्ट प्रोजेक्ट दे हैव डन। मतलब दे टेक मतलब उनका स्टेप्स लेते हैं वो टुवर्ड्स द अबैंडन्ड बिल्डिंग्स, वो नहीं कि जो बनी नहीं है ऑलरेडी। फिर वो इस ETPB के साथ कोलैबोरेट करते हैं, देन दे हायर पीपल एंड स्टार्ट वर्किंग। हमने फिर काम शुरू किया और आई थिंक फरवरी अभी 2021-22 में ये बिल्कुल मुकम्मल हुआ है जिस हालत में आप अभी देख रहे हैं। तो सारा काम जड़ा हैगा है 2019 ਚ ਤੁਸੀਂ ਸ਼ੁਰੂ ਕੀਤਾ ਸੀ, अगस्त 2022 ਚ ਤੁਸੀਂ ਮੁਕੰਮਲ ਕੀਤਾ, लगभग 3 साल ਦੇ ਵਿੱਚ ਸਾਰਾ ਕੰਮ। नहीं, 2019 में शुरू हुई डॉक्यूमेंटेशन, ऑन साइट नहीं था। 2020 में सितंबर में हम ऑन साइट आए। जी जी जी। क्योंकि रेस्टोरेशन का असूल पहले ये होता है कि आपने सब एज इट इज़ जो जैसे नज़र आ, मतलब मैं आपको थोड़ा पंजाबी में एक्सप्लेन करती हूँ ताकि लोगों को समझ आए। सो बेसिकली करना है होंदा है कि डॉक्यूमेंट करना है हर चीज़ ਜਿਹੜੀ ਉੱਥੇ नज़र आ रही है। जे इट टुटी हुई है, टुटी तुसी बनानी, आर्किटेक्चरली एक डॉक्यूमेंटेशन बना लिए, तस्वीरें ले ली हैं, वीडियो ले लिए। नाउ अब आपके पास एक कंपैरिजन है कि ये आपके पास था, ये आपने अब डेवलप किया जो अगले 100-150 साल चलेगा। क्योंकि विरसा है ना, आपका है, हमारा है, इससे फ़र्क नहीं पड़ रहा है। पाकिस्तान में है ना, इस चीज़ से फ़र्क पड़ रहा है। ठीक है, जो यहाँ है वो हमारा है, हमने ओन करना है और हमने उसकी हिफाजत करनी है। तो उस पॉइंट ऑफ व्यू से सितंबर 1 को हमने ऑन साइट अपनी पूरी टीम यहाँ पे रखती थी। फिर हमारे साथ प्रबंधक कमेटी के कुछ लोग थे, क्योंकि ऑब्वियसली जब आप मजहबी जगह का करते हैं काम तो तकद्दुस उसका मेंटेन रखना ज़रूरी है। तो वो हमें फिर गाइड करते थे कि ये सिख मज़हब में चीज़ें होती हैं, ये नहीं होती हैं, सर कवर करने हैं वो सारा। तो वो बड़ा अच्छा एक आप कह लें कोलैबोरेशन के साथ हमारा पूरा काम एंड हुआ और बड़ा लाइक इट्स वेरी नाइस। अभी हम अंदर जाएंगे तो फिर मैं आपको एक्सप्लेन करूँगी कि डिस्कवरीज। और वन ऑफ द मेजर थिंग्स जो इस चीज़ में हुई है ना, वो ये है कि बहुत ज़्यादा आप कह लें ऊपर से मदद मिली है। हम लोग काम शुरू करते थे, आप समझ लें, वो नहीं कहते जिसको मट्टी वो हाथ लगा रहा था सोना हो रहा था, लिटरली वो वाला हिसाब था। ਲਓ ਜੀ, ਆਪਾਂ ਇਹਨਾਂ ਨਾਲ ਗੁਰਦੁਆਰਾ ਸਾਹਿਬ ਦੀ ਰਿਸਟੋਰੇਸ਼ਨ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਔਰ ਜੋ ਤੁਹਾਨੂੰ ਬਾਹਰੋਂ ਗੁਰਦੁਆਰਾ ਸਾਹਿਬ ਦਿਸ ਰਿਹਾ ਉਹਨਾਂ ਦੇ ਬਾਰੇ ਵੀ ਇਹਨਾਂ ਨੇ ਗੱਲਬਾਤ ਕੀਤੀ, ਕਿਸ ਤਰ੍ਹਾਂ ਇਹਨਾਂ ਨੂੰ ਗੁਰੂ ਘਰ ਮਿਲਿਆ ਔਰ ਕਿਸ ਤਰ੍ਹਾਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਰਿਸਟੋਰੇਸ਼ਨ ਕੀਤੀ। ਸੋ ਆਓ ਗੁਰਦੁਆਰਾ ਸਾਹਿਬ ਦੇ ਅੰਦਰ ਚੱਲਦੇ ਹਾਂ ਔਰ ਗੁਰਦੁਆਰਾ ਸਾਹਿਬ ਦੇ ਅੰਦਰ ਬਾਰੇ ਗੁਰਦੁਆਰਾ ਸਾਹਿਬ ਦੇ ਮਾਲੂਮਾਤ ਲੈਂਦੇ ਹਾਂ ਕਿ ਉਸ ਵੇਲੇ ਅੰਦਰ ਦੇ ਕੀ ਹਾਲਾਤ ਸਨ ਔਰ ਇਹਨਾਂ ਨੇ ਕਿਹੜੀਆਂ ਸੇਵਾਵਾਂ ਕੀਤੀਆਂ ਨੇ। ਸੋ ਆਜੋ ਜੀ।
अच्छा, तो आप हमें इस बिल्डिंग के अंदरूनी जो उस वक्त के हालात थे वो बता रही थी। जी, जब हम आए थे यहाँ पे रेस्टोरेशन का काम शुरू करने के लिए, यहाँ पर 4-4 फुट तक चिप्स लगी हुई थी, 1.5 इंच मोटी, जी जी, जो कि बिल्डिंग को सांस लेने की गुंजाइश नहीं बख्शती। बिल्डिंग डिटेरियोरेट, खराब होना शुरू हो जाती है। और नीचे ज़मीन से सारी सीम उठ के ना उसके अंदर जा रही थी, जिसकी वजह से ये सारा गीला था। हमने सबसे पहले प्लास्टर रिमूवल किया। जितनी आपको ऊपर डिटेल्स नज़र आ रही है ना, जितनी भी आपको डाटें नज़र आ रही हैं, दियादान नज़र आ रहे हैं, इन सारों के अंदर ईंटें भर के ऊपर सीमेंट लगाया हुआ था। मतलब ये नहीं था कुछ भी। फिर हमने एक एक करके हर एक जगह खोली, उसको एक्सप्लोर किया, उसके अंदर क्या है, नीचे क्या है। फिर पुराने कुछ रेफरेंसेस निकाले, लोगों से बात की, दूसरे गुरुद्वारास देखे एज रेफरेंस, हरमिंदर साहिब देखा, पंजा साहब, ननकाना साहब, वो सब देख के फिर रेस्टोरेशन में फिर आपको कहीं से इंस्पिरेशन भी उठानी पड़ती है ना। जब एक चीज़ है ही नहीं सिरे से, तो वो आप देखते हैं अच्छा इनकी हिस्ट्री में या रिलीजन में या आर्किटेक्चर में इस तरीके से ये बनी हुई चीज़। और जो मटेरियल आप यहाँ पे देख रहे हैं, इसको पक्का कली कहते हैं। पक्का कली दही, दूध, मार्बल पाउडर, सिप्पी, इन सबको मिला के सिप्पियों का पाउडर बना के फिर आप इसको 10 दफ़ा एक जगह पे रगड़ते हैं, फिर जाके ये मुलायमत आती है। और ये चलती है तकरीबन 25 से 30 साल। पेंट की ज़रूरत नहीं पड़ती है। अच्छा, आप ये बताएं कि ये आपकी निगाह में, आपकी नज़र में कितनी पुरानी इमारत जो है हो सकती है? ये 1834 की है इन हिस्ट्री, इन पेपर्स। कुछ हमें लिथोग्राफ्स मिले हैं, कुछ ड्राइंग्स मिली हैं, उनकी बेसिस पे। तो जो आर्काइवल से डेटा है ना, अब इस बिल्डिंग के 2 फेजेस थे। पहला जिसमें हम खड़े में, ये बना था 1834 में। ऊपर का बना था 1839। जब ये बना था, इसके सामने जो पहाड़ी आपको नज़र आती है, उसके ऊपर पूरा लंगर खाना था, 3 स्टोरी नीचे सराय लंगर खाना, इस तरीके से। उसके बाद 34 में इसी तरह जब आप बिल्डिंग में आपने अभी देखेंगे, ये हैं प्लेन आर्चेस, पॉइंटेड आर्चेस। ऊपर आप जाते हैं ना, वो पूरा सिख आर्किटेक्चर, सुराही है, शाही आर्चेस हैं, दियादान हैं, तो आर्किटेक्चर फ़र्क हो जाता है। ये उन 6 सालों में। जी जी, सो आओ ऊपर चलते हैं। जिन्हें इन्होंने ऊपर की गल की है, तो ऊपर का भी सारा माहौल जोड़ा देखते हैं। आ जाओ जी, ऊपर चलिए। वाह जी वाह, हुण असी आ गए हैं जी ऊपर सैकेंड फ्लोर ते। और तुसी सॉरी फर्स्ट फ्लोर ते हैगे गुरुद्वारा साहब दे। और तुसी वेख रहे हो कि तुहानू नानक शाही इट जिहड़ी है वो नज़र आ रही है। और इस तो ही सानू अंदाज़ा हो जाता है कि यह सिख दौर की बनी हुई इमारत है। लेकिन इतनी खूबसूरती हजे भी इहदी कायम है। लेकिन एक दौर दे विच इहदी खूबसूरती जिहड़ी है वो खो गई सी। उस तो बाद तुहानू मैं दस्सिया कि इन्होंने किस तरह काम किया। अच्छा, सैकेंड फ्लोर बारे तुसी दस रहे सी, फर्स्ट फ्लोर और जो ऊपर दे। फर्स्ट और सेकंड आइडेंटिकल है, मोर और लेस बिल्कुल एक जैसे दिखते हैं। जब हम ऊपर आए थे ना, तो इसके ऊपर 3-3 लेयर्स पेंट की चढ़ी हुई थी, कली वक्त के साथ जिसने रेनोवेट करा। फिर हमने उसको लाइम सोल्यूशन लेके ईंट टूथब्रश से ईंट सारी साफ़ की। मतलब आप इस हिस्से पे नहीं लगा सकते लाइम, आपने ईंट पे लगानी है, वरना वो रिएक्ट करता है। वो सारा किया। फिर आप ऊपर देख रहे हैं, आधा हिस्सा प्लास्टर है, आधे हिस्से पे दोबारा एक्सपोज्ड ब्रिक है। उसकी वजह ये नीचे वाला बिल्कुल डैमेज था, उसको बचाया भी नहीं जा सकता था। उसको सारे को रिपेयर किया, उसको कंकर लाइन प्लास्टर किया, ऊपर वाला एक्सपोज रहने दिया। फिर आप वो उस पॉइंट पे देख रहे हैं, फिलिंग हुई हुई है अलग से। अब इस गुरुद्वारे में 4 डिफरेंट तरह की ईंटें इस्तेमाल हुई हैं। नानक शाही है, लेकिन 4 डिफरेंट डायमेंशंस हैं, क्योंकि उसमें 3-3 सूत्र का फ़र्क होता है। उसके हिसाब से ईंटें बनवाई स्पेशल, ताकि वो फिल हो सके। और कल को ये जब एक जैसा कलर होगा तो लगेगा इसका हिस्सा है, बजाय कि हम उसको भर देते और सीमेंट लगा देते हैं, कुछ करते हैं। फिर आप जो ये दियादान देख रहे हैं, एक हमारे पास साबित मिल गया था, उसको उठा के उसकी सारी ज्योमेट्री निकाल के दियादान बनाया। फिर एक एक आर्च जो आप देख रहे हैं ना, ये सारी डाटें जो बनी, ये एक डाट का फॉर्मूला निकाल के सुराही का सारों को ट्रेस किया। फिर एक एक की ज्योमेट्री फ़र्क है, इंच, 1.5 इंच, आधे इंच से फ़र्क है, लेकिन हर किसी की नई फर्में, आर्च, ज्योमेट्री बनाई और फिर ये आपको एक कंप्लीट पीस नज़र आ रहा है। जी, बहुत ज़बरदस्त जी। जिस तरह इन्होंने दियादान की गल की थी, उस वेले चूँकि लाइट नहीं है ऐसी, सो ज़ाहिर है उस वेले दिए तो ही लाइट जिहड़ी है वो इस्तेमाल होंदी सीगी। सो आओ इस गुरुद्वारा साहब के होर भी मंजिल ने, आपां सैकेंड फ्लोर और उस तो बाद गुरुद्वारा साहब के लास्ट फ्लोर पर चलते हैं। आ जाओ।
ਲਓ ਜੀ, ਗੁਰਦੁਆਰਾ ਸਾਹਿਬ ਦੇ ਹੁਣ ਆਪਾਂ ਦੂਸਰੇ ਫਲੋਰ ਤੇ ਆ ਗਏ ਹਾਂ ਔਰ ਸੈਕੰਡ ਫਲੋਰ ਤੇ ਤੁਸੀਂ ਵੇਖ ਸਕਦੇ ਹੋ ਕਿ ਸਾਡੇ ਸੱਜੇ ਪਾਸੇ ਇੱਕ ਰੂਮ ਮੌਜੂਦ ਹੈ ਜਿਹਦੇ ਉੱਪਰ ਗੁੰਬਦ ਬਣਿਆ ਹੋਇਆ ਹੈ। ਹੋ ਸਕਦਾ ਹੈ ਕਿਉਂਕਿ ਇਹ ਥੋੜਾ ਜਿਹਾ ਉੱਪਰ ਬਣਿਆ ਹੋਇਆ ਹੈ, ਹੋ ਸਕਦਾ ਹੈ ਇੱਥੇ ਸੁਖਾਸਨ ਸਾਹਿਬ ਹੋਵੇ। ਸੁਖਾਸਨ ਸਾਹਿਬ ਦਾ ਮਤਲਬ ਇਹ ਹੁੰਦਾ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਜਿੱਥੇ ਮੌਜੂਦ ਹੁੰਦੀ ਹੈ ਉੱਥੇ ਇੱਕ ਤੋਂ ਵੱਧ ਬੀੜਾਂ ਵੀ ਹੋ ਸਕਦੀਆਂ ਨੇ ਤੇ ਉਹ ਬੀੜਾਂ ਜਿਹੜੀਆਂ ਨੇ ਉਹ ਸੁਖਾਸਨ ਸਾਹਿਬ ਦੇ ਵਿੱਚ ਹੀ ਰੱਖੀਆਂ ਜਾਂਦੀਆਂ ਨੇ। ਸੋ ਆਪਾਂ ਸੈਕੰਡ ਫਲੋਰ ਤੇ ਆ। ਅੱਛਾ, ਇਸ ਫਲੋਰ ਬਾਰੇ ਮੈਨੂੰ ਦੱਸੋ ਕਿਉਂਕਿ ਇੱਥੇ ਸਾਨੂੰ ਇੱਟ ਨਹੀਂ ਨਜ਼ਰ ਆ ਰਹੀ ਤੇ ਤੁਸੀਂ ਇਹ ਸਾਰਾ ਕਿਉਂ ਕਵਰਡ ਅਪ ਕਰ ਦਿੱਤਾ ਹੈ और राइट हैंड साइड क्यों तुसी ज़्यादा वाइट कलर वाले पासे गए हो? ठीक है, अभी आपने मेंशन किया है कि ये हो सकता है सुखासन, तो ये आपके पास सबसे आप कह लें महंगा और खूबसूरत मटेरियल है जी। उस वजह से पक्का कली की हुई है सुखासन वाली जगह पे, बाकी ये कंकर लाइन प्लास्टर है जी। प्लास्टर की वजह ये थी कि हमारे पास कोई भी ब्रिक का टुकड़ा सलामत नहीं था यहाँ पे, ये पूरा हिस्सा खाली मिला था हमें, इतना डिटीरियोरेटेड था। इसकी जब हमने दोबारा मुरम्मत की है, मुरम्मत करके उसके बाद इस पर प्लास्टर किया ताकि आने वाले अगले पानी लगेगा, बारिश आएंगी, सब कुछ होगा, अगले 50-60 साल तक बिल्डिंग स्टेबल रहे। ये मजबूती पकड़ता जाता है जैसे जैसे वक्त गुजरता है। कंकर लाइन प्लास्टर इसकी उम्र 100 से 110 साल होती है। चलो जी, हुण आओ ऊपर चलते हैं, ऊपरों नज़ारा लेने, बहुत खूबसूरत मंजर है ऊपरों। आ जाओ जी। ਲਓ ਜੀ, ਹਾਂ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਬਿਲਕੁਲ ਉੱਪਰਲੇ ਫਲੋਰ ਤੇ ਆ ਗਏ ਹਾਂ ਔਰ ਗੁਰਦੁਆਰਾ ਸਾਹਿਬ ਦਾ ਗੁੰਬਦ ਵੀ ਇੱਥੇ ਮੌਜੂਦ ਹੈ। ਸੋ ਇੱਕ ਬਹੁਤ ਖੂਬਸੂਰਤ ਨਜ਼ਾਰਾ ਵੀ ਹੈ, ਸਕੂਨ ਹੈ। ਤੁਸੀਂ ਪਿੱਛੇ ਸ਼ੇਰ ਸ਼ਾਹ ਸੂਰੀ ਨੇ ਜੋ ਕਿਲਾ ਬਣਾਇਆ ਹੈ, ਕਿਲਾ ਰੋਹਤਾਸ, ਉਹਦਾ ਨਜ਼ਾਰਾ ਵੀ ਲੈ ਸਕਦੇ ਹੋ। ਅੱਛਾ, ਉੱਪਰ ਜੋ ਇਤਨੀ ਖੂਬਸੂਰਤੀ ਕਾਰਾਗਰੀ ਦੇ ਉੱਪਰ ਕੀਤੀ गई है, ਇਹਦੇ ਬਾਰੇ ਵੀ कुछ ਸਾਡੇ ਨਾਲ ਸਾਂਝ ਪਾਓ। ठीक है, ऊपर जो ये डोम आप बड़ा वाला देख रहे हैं जो सुखासन साहब के ऊपर है, वो मतलब हमें मिला इसी हालत में, काफ़ी ख़राब हालत थी, वाटर प्रूफिंग कराई, उसको रिपेयर किया, कलश बनवाया दोबारा। अब ये सारा कुछ नानक शाही ईंट में बना हुआ है। फिर जब आप मजहबी बिल्डिंग रिस्टोर करते हैं ना तो उसके कुछ तकाजे होते हैं जो आपने फुलफिल करने होते हैं। अब आप गुरुद्वारे जो थे उसके लिए 4 गुमटियाँ और एक दरमियान में पालकी होना ज़रूरी था। तो जो आप साइडों पे 4 गुमटियाँ और एक पालकी देख रहे हैं ना, ये दिस इज़ न्यू डिज़ाइन। ये सारा नीचे से इंस्पिरेशन लिया गुरुद्वारे की आर्किटेक्चर से, इसमें सुराही आर्च इस्तेमाल की, वही कॉलम्स इस्तेमाल किए और फिर नानक शाही ईंट से इसको बना के वाटरप्रूफ करा के प्लस्तर कर दिया। अब ये कंप्लीट गुरुद्वारे की शक्ल है। चले जी, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਆਓ ਚੱਲਦੇ ਹਾਂ ਅੱਗੇ ਔਰ ਗੁਰਦੁਆਰਾ ਸਾਹਿਬ ਬਾਰੇ ਹੋਰ ਮਾਲੂਮਾਤ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ। ਇਸ ਵੇਲੇ ਜੀ ਅਸੀਂ ਮੌਜੂਦ ਹਾਂ ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਬਾਗ ਹੈ ਜੋ ਹੁਣ ਬਾਗ ਵੀ ਲਗਾ ਦਿੱਤਾ ਹੈ, ਜਿਸ ਦੇ ਨਾਲ ਇੱਕ ਗ੍ਰੀਨਰੀ ਵੀ ਗੁਰਦੁਆਰਾ ਸਾਹਿਬ ਦੇ ਲਾਗੇ ਲਾਗੇ ਵੱਧ ਗਈ ਹੈ। ਔਰ ਅਸੀਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਤੁਹਾਨੂੰ ਦੱਸਿਆ, ਨਾਲ ਜਿਹੜਾ ਚੋਹਾ ਸਾਹਿਬ ਹੈ, ਇੱਕ ਚਸ਼ਮਾ ਸਾਹਿਬ ਹੈ, ਉਹਦਾ ਇਤਿਹਾਸ ਵੀ ਆਪ ਜੀ ਦੇ ਨਾਲ ਸਾਂਝਾ ਕੀਤਾ। ਨਾਲ ਦੇ ਨਾਲ ਇਸ ਗੁਰਦੁਆਰਾ ਸਾਹਿਬ ਨੂੰ ਕਿਸ ਤਰ੍ਹਾਂ ਰਿਸਟੋਰੇਸ਼ਨ ਦੀ ਕੀਤੀ ਗਈ, ਰਬਾਬ ਚਿਸ਼ਤੀ ਨਾਲ ਵੀ ਆਪਾਂ ਗੱਲਬਾਤ ਕੀਤੀ। ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਪਿੱਛੇ ਗੁਰਦੁਆਰਾ ਸਾਹਿਬ ਦੇ ਇੱਕ ਬਹੁਤ ਪੁਰਾਣਾ ਕਿਲਾ ਹੈ ਰੋਹਤਾਸ ਫੋਰਟ, ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਹਿਸਟਰੀ ਜਿਹੜੀ ਹੈ ਉਹਦੇ ਅੰਦਰ ਜਮ੍ਹਾਂ ਹੈ। ਉਹਦੇ ਵੀ ਪੰਨੇ ਫਿਰੋਲਾਂਗੇ ਔਰ ਨਾਲ ਦੇ ਨਾਲ ਉਹਦੇ ਸੋਹਣੇ ਮਨਾਜ਼ਰ ਜਿਹੜੇ ਨੇ ਉਹ ਵੀ ਤੁਹਾਨੂੰ ਵਿਖਾਵਾਂਗੇ। ਉਸੇ ਕਿਲੇ ਦੇ ਅੰਦਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ ਹੈ। ਮਾਤਾ ਸਾਹਿਬ ਕੌਰ ਜੀ ਸਿੱਖ ਕੌਮ ਦਾ ਮਾਤਾ ਦਾ ਲਕਬ ਉਹਨਾਂ ਦਾ ਮਿਲਿਆ ਹੋਇਆ ਹੈ। ਸੋ ਆਓ ਇਹ ਸਾਰਾ ਇਤਿਹਾਸ ਵੀ ਆਪ ਜੀ ਨਾਲ ਸਾਂਝਾ ਕਰਦੇ ਹਾਂ ਔਰ ਮਾਤਾ ਸਾਹਿਬ ਕੌਰ ਜੀ ਦੇ ਜ਼ਿੰਦਗੀ ਬਾਰੇ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਆਜੋ ਜੀ, ਚੱਲਦੇ ਹਾਂ ਰੋਹਤਾਸ ਫੋਰਟ ਅਤੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਸਥਾਨ। ਮਾਤਾ ਸਾਹਿਬ ਕੌਰ ਜੀ ਦਾ ਜਨਮ ਸੰਨ 1781 ਈਸਵੀ ਨੂੰ ਭਾਈ ਰਾਮਾ ਜੀ ਦੇ ਘਰ ਅਤੇ ਮਾਤਾ ਜਸ ਦੇਵੀ ਜੀ ਦੀ ਕੁੱਖੋਂ ਕਿਲਾ ਰੋਹਤਾਸ ਜ਼ਿਲ੍ਹਾ ਜੇਹਲਮ ਦੇ ਵਿੱਚ ਹੋਇਆ। ਇਸ ਸ਼ਹਿਰ ਦੇ ਵਿੱਚ ਚੂੰਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਨ, ਇਸੇ ਕਰਕੇ ਇੱਥੇ ਦੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਜੁੜੀਆਂ ਹੋਈਆਂ ਸਨ।
ਲਓ ਜੀ, ਹੁਣ ਅਸੀਂ ਮਾਤਾ ਸਾਹਿਬ ਕੌਰ ਜੀ ਦੇ ਜਨਮ ਸਥਾਨ ਤੇ ਜੋ ਉਹਨਾਂ ਦੀ ਯਾਦ ਦੇ ਵਿੱਚ ਕਿਲਾ ਰੋਹਤਾਸ ਦੇ ਵਿੱਚ ਮੌਜੂਦ ਹੈ, ਉੱਥੇ ਆਪਾਂ ਪਹੁੰਚ ਗਏ ਹਾਂ। ਸੋ ਇਹ ਉਹ ਇਤਿਹਾਸਕ ਥਾਵਾਂ ਨੇ ਜਿਨ੍ਹਾਂ ਲਈ ਪੂਰੀ ਦੁਨੀਆ ਦੇ ਵਿੱਚ ਮੌਜੂਦ ਸਿੱਖ ਕੌਮ ਰੋਜ਼ਾਨਾ ਸੁਬਾਹ ਸ਼ਾਮ ਦੀ ਅਰਦਾਸ ਕਰਦੀ ਹੈ ਤਾਂ ਕਿ ਇਹਨਾਂ ਥਾਵਾਂ ਦੇ ਦਰਸ਼ਨ ਦੀਦਾਰੇ ਹੋ ਸਕਣ। ਮਾਤਾ ਸਾਹਿਬ ਕੌਰ ਜੀ ਸਿੱਖ ਕੌਮ ਦੀ ਮਾਤਾ ਦਾ ਖਿਤਾਬ, ਮਾਤਾ ਦਾ ਲਕਬ ਉਹਨਾਂ ਨੂੰ ਦਿੱਤਾ ਗਿਆ ਸੀ। ਉਹਨਾਂ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ ਹੋਰ ਬਹੁਤ ਕੁਝ ਜਾਣਦੇ ਹਾਂ। ਆਓ ਅੰਦਰ ਦੇ ਦਰਸ਼ਨ ਵੀ ਕਰਦੇ ਹਾਂ। ਮਾਤਾ ਸਾਹਿਬ ਕੌਰ ਜੀ ਦਾ ਜਨਮ ਸੰਨ 1781 ਈਸਵੀ ਨੂੰ ਭਾਈ ਰਾਮਾ ਜੀ ਦੇ ਘਰ ਅਤੇ ਮਾਤਾ ਜਸ ਦੇਵੀ ਜੀ ਦੀ ਕੁੱਖੋਂ ਕਿਲਾ ਰੋਹਤਾਸ, ਜ਼ਿਲ੍ਹਾ ਜੇਹਲਮ ਦੇ ਵਿੱਚ ਹੋਇਆ। ਇਸ ਸ਼ਹਿਰ ਦੇ ਵਿੱਚ ਚੂੰਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਸਨ, ਇਸੇ ਕਰਕੇ ਇੱਥੇ ਦੀਆਂ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਜੁੜੀਆਂ ਹੋਈਆਂ ਸਨ ਔਰ ਇਸੇ ਕਰਕੇ ਇੱਕ ਧਰਮਸ਼ਾਲ ਵੀ ਇੱਥੇ ਮੌਜੂਦ ਸੀ। ਮਾਤਾ ਸਾਹਿਬ ਕੌਰ ਜੀ ਉਸ ਧਰਮਸ਼ਾਲ ਦੇ ਵਿੱਚ ਸੇਵਾ ਅਤੇ ਸਿਮਰਨ ਕਰਦੇ ਰਹੇ, ਜਿਸ ਕਰਕੇ ਬਚਪਨ ਤੋਂ ਹੀ ਮਾਤਾ ਜੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਨਾਲ ਜੁੜੇ ਰਹੇ। ਇਸੇ ਕਰਕੇ ਮਾਤਾ ਸਾਹਿਬ ਕੌਰ ਜੀ ਦੇ ਪਿਤਾ ਜੀ ਦੀ ਇਹ ਖੁਆਇਸ਼ ਸੀ ਕਿ ਮਾਤਾ ਸਾਹਿਬ ਕੌਰ ਜੀ ਦਾ ਡੋਲਾ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਹੀ ਜਾਵੇ। ਜਿਸ ਤੋਂ ਬਾਅਦ ਸੰਨ 1700 ਦੇ ਵਿੱਚ ਮਾਤਾ ਸਾਹਿਬ ਕੌਰ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਿਆਹ ਹੋਇਆ। 8 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਅਤੇ ਉਸ ਤੋਂ ਬਾਅਦ ਕਮਾਨ ਜਿਹੜੀ ਹੈ ਉਹ ਬੰਦਾ ਸਿੰਘ ਬਹਾਦਰ ਦੇ ਹੱਥ ਆਉਂਦੀ ਹੈ। ਲੇਕਿਨ ਬੰਦਾ ਸਿੰਘ ਬਹਾਦਰ ਵੀ ਸੰਨ 1716 ਦੇ ਵਿੱਚ ਸ਼ਹੀਦ ਹੋ ਜਾਂਦੇ ਨੇ। ਉਸ ਤੋਂ ਬਾਅਦ ਮਾਤਾ ਸਾਹਿਬ ਕੌਰ ਸਿੱਖ ਕੌਮ ਦੀ ਕਮਾਨ ਜਿਹੜੀ ਹੈ ਉਹ ਫੜ ਲੈਂਦੇ ਨੇ ਔਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਧੇ ਪੈਦਾ ਕਰਦੇ ਨੇ। ਮਾਤਾ ਸਾਹਿਬ ਕੌਰ ਜਿੱਥੇ ਸੇਵਾ ਅਤੇ ਸਿਮਰਨ ਨਾਲ ਜੁੜੇ ਰਹੇ, ਉੱਥੇ ਹੀ ਖਾਲਸਾ ਰਾਜ ਦੇ ਜਿਹੜੇ ਬੇਸਿਕਸ ਨੇ ਉਹ ਵੀ ਉਹਨਾਂ ਨੇ ਹੀ ਬਣਾਏ। ਜਦੋਂ ਆਪਾਂ ਖਾਲਸਾ ਰਾਜ ਤੋਂ ਪਹਿਲੇ ਦੀਆਂ ਚਿੱਠੀਆਂ ਪੜ੍ਹਦੇ ਨੇ ਤੇ ਉਹਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਮਾਤਾ ਸਾਹਿਬ ਕੌਰ ਜੀ ਨੇ ਖਾਲਸਾ ਨੂੰ ਫਰਜ਼ੰਦ ਕਰਕੇ ਹੀ ਲਿਖਿਆ। ਜਦੋਂ ਵੀ ਕੋਈ ਵੀ ਸਿੱਖ ਅੰਮ੍ਰਿਤ ਪਾਨ ਕਰਦਾ ਹੈ, ਅੰਮ੍ਰਿਤ ਛਕਦਾ ਹੈ, ਤੇ ਜਦੋਂ ਪੰਜ ਪਿਆਰੇ ਉਹਨਾਂ ਨੂੰ ਅੰਮ੍ਰਿਤ ਛਕਾਉਂਦੇ ਹਨ ਤੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਅਤੇ ਉਹਨਾਂ ਦੀ ਮਾਤਾ ਸਾਹਿਬ ਕੌਰ ਜੀ ਹਨ ਔਰ ਮਾਤਾ ਸਾਹਿਬ ਕੌਰ ਜੀ ਦਾ ਜਨਮ ਸਥਾਨ ਪਾਕਿਸਤਾਨ ਇਸ ਜਗ੍ਹਾ ਉੱਪਰ ਮੌਜੂਦ ਹੈ। ਲਓ ਜੀ, ਅਸੀਂ ਗੁਰੂ ਘਰ ਜੀ ਦਾ ਜਿਹੜਾ ਇਤਿਹਾਸ ਹੈ ਇੱਥੇ ਦਾ ਉਹ ਅਸੀਂ ਸੁਣਿਆ ਔਰ 1947 ਦੀ ਵੰਡ ਤੋਂ ਬਾਅਦ ਜਿਹੜਾ ਹੈ ਸਾਰੇ ਹੀ ਸਿੱਖਾਂ ਨੂੰ ਇੱਥੋਂ ਉਜੜਨਾ ਪਿਆ ਔਰ ਜਿਹੜੇ ਇਹ ਮੁਕੱਦਸ ਅਸਥਾਨ ਨੇ ਸਿੱਖ ਧਰਮ ਦੇ ਉਹ ਬੇਆਬਾਦ ਹੋ ਗਏ, ਗੈਰ ਆਬਾਦ ਹੋ ਗਏ ਔਰ ਬਹੁਤ ਸਮਾਂ ਜਿਹੜੇ ਨੇ ਉਹ ਇਹ ਗੁਰੂ ਘਰ ਅਸਥਾਨ ਜਿਹੜੇ ਨੇ ਉਹ ਗੈਰ ਆਬਾਦ ਹੀ ਰਹੇ। ਉਸ ਤੋਂ ਬਾਅਦ ਇਸ ਗੁਰੂ ਘਰ ਨੂੰ ਵੀਰ ਗੁਰਬਚਨ ਸਿੰਘ ਔਰ ਉਹਨਾਂ ਦੇ ਦੋਸਤ ਜਿਹੜੇ ਨੇ ਭਾਈ ਰਵਿੰਦਰ ਸਿੰਘ ਸੁਰਗਵਾਸੀ, ਗੁਲਾਬ ਸਿੰਘ, ਉਹਨਾਂ ਦੀ ਮਦਦ ਸਦਕਾ ਇਹ ਦੁਬਾਰਾ ਉਸ ਨੂੰ ਆਬਾਦ ਕਰਦੇ ਨੇ ਔਰ ਉਸ ਤੋਂ ਬਾਅਦ ਹੁਣ ਚੁੱਕੇ ਬੜੀ ਅੱਛੀ ਖਬਰ ਅਸੀਂ ਦੱਸ ਰਹੇ ਹਾਂ ਕਿ ਬੋਰਡ ਇੱਥੇ ਲੱਗਾ ਵੀ ਹੋਇਆ ਹੈ। ਰਣਜੀਤ ਨਾਗਰਾ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਇਵੈਕਿਊ ਟਰਸਟ ਪ੍ਰਾਪਰਟੀ ਬੋਰਡ ਨਾਲ ਇਹ ਪਾਕਿਸਤਾਨ ਦੀ ਜਿਹੜੀ ਗੌਰਮੈਂਟ ਹੈ ਉਹ ਰਲ ਮਿਲ ਕੇ ਇਸ ਸਥਾਨ ਨੂੰ ਥੋੜ੍ਹਾ ਵੱਡਾ ਕਰ ਰਹੇ ਨੇ ਔਰ ਇਸ ਦੇ ਕਰੀਬ ਜਿਹੜਾ ਹੈ ਉਹ ਕਾਫੀ ਲੈਂਡ ਜਿਹੜਾ ਹੈ ਉਹਨਾਂ ਨੇ ਗੁਰਦੁਆਰੇ ਲਈ ਖਰੀਦ ਲਿਆ ਹੈ। ਮੈਨੂੰ ਇੱਥੇ ਆ ਕੇ ਇੱਕ ਹੋਰ ਬੜੀ ਦਿਲਚਸਪ ਗੱਲ ਲੱਗੀ ਕਿ ਜਦੋਂ ਵੀ ਮੈਂ ਇੱਥੇ ਆਉਂਦਾ ਵਾਂ ਤੇ ਇੱਕ ਮੁਸਲਮਾਨ ਵੀਰ ਜਿਹੜਾ ਹੈ ਉਹ ਇਸ ਗੁਰੂ ਘਰ ਨੂੰ ਸਾਨੂੰ ਖੋਲ੍ਹ ਕੇ ਦਿੰਦਾ ਹੈ ਔਰ ਉਹੀ ਇੱਥੇ ਸੇਵਾ ਕਰਦਾ ਹੈ। ਸੋ ਉਹ ਵੀ ਇੱਥੇ ਮੌਜੂਦ ਨੇ। ਆਓ ਉਹਨਾਂ ਕੋਲ ਪੁੱਛਦੇ ਨੇ ਕਿ ਕਿਆ ਉਹ ਇੱਥੇ ਕੋਈ ਜੌਬ ਕਰਦੇ ਨੇ ਜਾਂ ਸਾਰਾ ਕੁਝ ਫ੍ਰੀ ਆਫ ਕਾਸਟ ਕਰਦੇ ਨੇ ਔਰ ਇਹ ਸਭ ਕੁਝ ਉਹ ਕਿਉਂ ਕਰਦੇ ਨੇ। ਕਿਉਂਕਿ ਜਦੋਂ ਨਫ਼ਰਤ ਦੀਆਂ ਗੱਲਾਂ ਹੁੰਦੀਆਂ ਨੇ ਤੇ ਅਸੀਂ ਬਹੁਤ ਫੈਲਾਉਂਦੇ ਹਾਂ ਉਹਨਾਂ ਨੂੰ, ਲੇਕਿਨ ਜਦੋਂ ਮੁਹੱਬਤ ਦੀਆਂ ਗੱਲਾਂ ਹੁੰਦੀਆਂ ਤੇ ਅਸੀਂ ਕਤਰਾਉਂਦੇ ਹਾਂ, ਦੱਸਦੇ ਨਹੀਂ ਹਨ। ਤੇ ਸਾਡੇ ਨਾਲ ਉਹ ਵੀਰ ਇਸ ਵੇਲੇ ਮੌਜੂਦ ਨੇ ਜੀ। ਸਲਾਮ ਅਲੈਕੁਮ। ਵਾਲੇਕੁਮ ਜੀ। ਕੀ ਹਾਲ ਜੀ ਤੁਹਾਡਾ? ਠੀਕ ਠਾਕ ਹੋ? ਸ਼ੁਕਰ ਅਲਹਮਦੁਲਿਲਾ ਜੀ। ਅੱਛਾ, ਸਭ ਤੋਂ ਪਹਿਲੇ ਤੁਸੀਂ ਅਗਰ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਗੁਲਾਮ ਮੁਸਤਫਾ ਹੈ। ਗੁਲਾਮ ਮੁਸਤਫਾ ਜੀ, ਤੁਸੀਂ ਇੱਥੋਂ ਦੇ ਕਿਲਾ ਰਵਿਤਾਸ ਜੀ? ਮੈਂ ਕਿਲਾ ਰਵਿਤਾਸ ਰਹਿਣ ਵਾਲਾ ਮੈਂ। ਅੱਛਾ,
ਤੇ ਤੁਸੀਂ ਤੁਹਾਡੇ ਵੱਡ ਵਡੇਰੇ ਜੀ ਇੱਥੇ ਬਿਲਕੁਲ ਰਹਿਣ ਇੱਥੇ ਵਾਲੇ? ਰਹਿਣ ਵਾਲੇ ਨੇ। ਅੱਛਾ, ਇਸ ਅਸਥਾਨ ਬਾਰੇ ਦੱਸੋ ਕਿ ਕਿੰਨਾ ਚਿਰ ਹੋ ਗਿਆ ਹੈ ਅਸਥਾਨ ਇੱਥੇ ਮੌਜੂਦ ਹੈ? ਇਹ ਕਾਫੀ ਅਸਲ ਪਹਿਲਾਂ ਦਾ ਮੌਜੂਦ ਹੈ, ਸਾਡੇ ਵੱਡੇ ਵਡੇਰਿਆਂ ਦਾ ਮੌਜੂਦ ਹੈ। ਹਾਂ, ਮਤਲਬ ਤੁਹਾਡੇ ਬਾਪ ਦਾਦਾ ਤੋਂ ਇਹ ਗੱਲਾਂ ਸੁਣੀਆਂ ਨੇ? ਜੀ ਬਿਲਕੁਲ ਉਹਨਾਂ ਸੁਣੀ ਯਾਰ, ਬਿਲਕੁਲ। ਉਹ ਤੁਹਾਡੇ ਵੱਡ ਵਡੇਰੇ ਵੈਸੇ ਕਿਲ੍ਹਾ ਰਵਿਦਾਸ ਦੇ ਰਹਿਣ ਵਾਲੇ ਜੀ ਸਨ? ਬਿਲਕੁਲ, ਉਹਨਾਂ ਦੀ ਪੈਦਾਇਸ਼ ਹੈ, ਸਾਰਾ ਕੁਝ ਉਹਨਾਂ ਦੇ ਇਸ ਜਗ੍ਹਾ ਦਾ। ਅੱਛਾ, ਕਿਆ ਉਹਨਾਂ ਨੇ ਦੱਸਿਆ ਕਿ ਇੱਥੇ 47 ਤੋਂ ਪਹਿਲੇ ਕਿਸ ਤਰ੍ਹਾਂ ਦੀ ਗਹਿਮਾ ਗਹਿਮੀ ਰਹਿੰਦੀ ਸੀ, ਲੋਕ ਆਉਂਦੇ ਸੀ ਜਾਂਦੇ ਸੀ? ਕਾਫੀ ਆਉਂਦੀ ਸੀ, ਵਿਸਾਖੀ ਆਉਂਦੀ ਸੀ। ਅੱਛਾ। ਆ ਕੇ ਬਹੁਤ ਅੱਛਾ ਮੇਲਾ ਲੱਗਦਾ ਸੀ। ਹੂੰ। ਹਲੇ ਇੱਥੇ ਵੀ ਆਉਂਦਾ ਸਨ, ਉਸ ਤੋਂ ਬਾਅਦ ਨੀਚੇ ਵੀ ਜਾਂਦੇ ਬਾਬਾ ਗੁਰੂ ਨਾਨਕ ਸਾਹਿਬ ਦੇ ਚਿਸ਼ਮੇ ਤੇ ਵੀ, ਉੱਥੇ ਵੀ ਮੇਲਾ ਜ਼ਿਆਦਾ ਲੱਗਦਾ ਸੀ। ਅੱਛਾ ਅੱਛਾ, ਤੁਸੀਂ ਕਿਸ ਤਰ੍ਹਾਂ, ਤੁਸੀਂ ਜਦੋਂ ਆਪਾਂ ਆਉਂਦੇ ਹਾਂ ਵੇਖਦੇ ਹਾਂ ਤੁਸੀਂ ਦਰਵਾਜ਼ਾ ਖੋਲ੍ਹਦੇ ਹੋ, ਤੁਸੀਂ ਇਸ ਪਾਸੇ ਕਿਸ ਤਰ੍ਹਾਂ ਆਏ? ਕਿਆ ਤੁਸੀਂ ਕੋਈ ਗਵਰਨਮੈਂਟ ਜੌਬ ਕਰਦੇ ਹੋ ਜਾਂ ਤੁਹਾਨੂੰ ਕੋਈ ਇੱਥੇ ਰੱਖਿਆ ਗਿਆ ਹੈ? ਜੀ ਮੇਰੀ ਕੋਈ ਗਵਰਨਮੈਂਟ ਜੌਬ ਨਹੀਂ ਹੈ। ਮੈਂ ਜਿਸ ਦੀ ਕੋਈ ਸੰਗਤ ਆਏ ਉਸ ਨੂੰ ਆਮਨੇ ਵੈਲਕਮ ਕਰਨੇ ਆ, ਆਮਨੇ ਖੁਸ਼ ਆਮਦੀਦ ਕਰਨੇ ਆ। ਸਾਨੂੰ ਇਹ ਮਾਸ਼ਾਅੱਲਾ ਬਹੁਤ ਅੱਛਾ ਹੀ ਹੈ, ਬਹੁਤ ਸਾਨੂੰ ਖੁਸ਼ੀ ਹੈ। ਇਹ ਮਾਤਾ ਸਾਹਿਬ ਦਾ ਘਰ ਹੈ, ਕੋਈ ਵੀ ਮਸਲਾ ਸੰਗਤ ਆਵੇ ਆ ਕੇ ਆਪਣੀ ਆ ਕੇ ਦਰਸ਼ਨ ਇੱਥੇ ਆ ਕੇ। ਚਾਬੀ ਗੁਰਦੁਆਰਾ ਸਾਹਿਬ ਦੀ ਤੁਹਾਡੇ ਕੋਲ? ਜੀ ਮੇਰੇ ਕੋਲ ਹੀ ਹੈ। ਮਤਲਬ ਅਗਰ ਕੋਈ ਵੀ ਸ਼ਖਸ ਜਿਹੜਾ ਹੈ ਉਹ ਇੱਥੇ ਆਂਦਾ ਹੈ ਔਰ ਅਗਰ ਗੁਰਦੁਆਰਾ ਸਾਹਿਬ ਬੰਦ ਹੁੰਦਾ ਹੈ ਤੇ ਸਾਹਮਣੇ ਇਹਨਾਂ ਦਾ ਘਰ ਹੈ। ਜੀ ਬਿਲਕੁਲ, ਮੈਂ ਜਿਹੜਾ ਹੈ ਜੀ ਜੀ ਇਹਨਾਂ ਨਾਲ ਮੈਂ ਨਾ ਗੁਲਾਮ ਮੁਸਤਫਾ ਜੀ ਹੈਗੇ ਨੇ। ਤੇ ਵੇਖੋ ਕਿੰਨੀ ਸੋਹਣੀ ਔਰ ਪਿਆਰੀ ਗੱਲ ਹੈ ਕਿ ਉਹ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਸੇਵਾ ਕਰ ਰਹੇ ਨੇ, ਚਾਬੀ ਇਹਨਾਂ ਕੋਲ ਦੇ ਮੌਜੂਦ ਹੈ। ਸੋ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਸੇਵਾ ਜਿਹੜੀ ਹੈ ਉਹ ਰਹਿੰਦੀ ਦੁਨੀਆ ਤੱਕ ਅਸੀਂ ਯਾਦ ਰੱਖਾਂਗੇ। ਸੋ ਆਓ, ਇਸ ਕਿਲੇ ਦੇ ਵਿੱਚ ਇਸ ਥਾਂ ਉੱਪਰ ਹੋਰ ਬਹੁਤ ਸਾਰੀਆਂ ਖੂਬਸੂਰਤ ਜਗ੍ਹਾਵਾਂ ਨੇ। ਸੋ ਆਓ ਜੀ, ਅੱਗੇ ਚੱਲਦੇ ਹਾਂ ਜੀ। ਲਓ ਜੀ, ਇਤਿਹਾਸਕ ਪੰਨੇ ਫਰੋਲਦੇ ਅਸੀਂ ਇਸ ਵੇਲੇ ਮੌਜੂਦ ਹਾਂ ਰੋਹਤਾਸ ਫੋਰਟ ਦੇ ਵਿੱਚ। ਔਰ ਇਸ ਕਿਲੇ ਦੇ ਵਿੱਚ ਬਹੁਤ ਸਾਰੇ ਐਸੇ ਇਤਿਹਾਸ ਦੇ ਪੰਨੇ ਨੇ ਜੋ ਕਦੀ ਖੋਲ੍ਹੇ ਨਹੀਂ ਗਏ। ਜਿਸ ਜਗ੍ਹਾ ਦੇ ਉੱਪਰ ਮੈਂ ਖਲੋਤਾ ਵਾਂ, ਇਹ ਦੱਸਿਆ ਜਾਂਦਾ ਹੈ ਕਿ ਹਵੇਲੀ ਮਾਨ ਸਿੰਘ ਦੇ ਨਾਲ ਮਨਸੂਬ ਹੈ। ਔਰ ਮਾਨ ਸਿੰਘ ਜਿਹੜਾ ਸੀ ਸ਼ਹਿਨਸ਼ਾਹ ਅਕਬਰ ਦਾ ਇੱਕ ਜਰਨੈਲ ਹੋਇਆ ਕਰਦਾ ਸੀ। ਸੋ ਇਸ ਕਿਲੇ ਵਿੱਚ ਬਹੁਤ ਸਾਰੇ ਇਤਿਹਾਸਕ ਪੰਨੇ ਨੇ ਜੋ ਕਦੀ ਫਰੋਲੇ ਹੀ ਨਹੀਂ ਗਏ। ਸੋ ਆਓ ਪਹਿਲੇ ਵੇਖਦੇ ਹਾਂ ਮਾਨ ਸਿੰਘ ਦੀ ਇਹ ਹਵੇਲੀ, ਜਿੱਥੇ ਮਾਨ ਸਿੰਘ ਨੇ ਇਹਨਾਂ ਦੋ ਟਿੱਲਿਆਂ ਦੇ ਉੱਪਰ ਕਬਜ਼ਾ ਕੀਤਾ ਸੀ ਔਰ ਇਹਨਾਂ ਨੇ ਫਿਰ ਖੁਦ ਬਣਾਇਆ ਸੀ। ਸੋ ਆਓ ਚੱਲਦੇ ਹਾਂ ਜੀ। ਲਓ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਗੁਰਦੁਆਰਾ ਸ੍ਰੀ ਚੋਆ ਸਾਹਿਬ, ਗੁਰਦੁਆਰਾ ਸ੍ਰੀ ਮਾਤਾ ਸਾਹਿਬ ਕੌਰ ਔਰ ਰਵਿਦਾਸ ਫੋਰਟ ਦੇ ਨਾਲ ਜੁੜੀਆਂ ਹੋਈਆਂ ਇਤਿਹਾਸਕ ਜਾਣਕਾਰੀ ਆਪ ਦੇ ਨਾਲ ਸਾਂਝੀ ਕੀਤੀ। ਸੋ ਇਸ ਵੇਲੇ ਸਾਡਾ ਹੁਣ ਵਾਪਸ ਜਾਣ ਦਾ ਜਿਹੜਾ ਹੈ ਉਹ ਸਫ਼ਰ ਸ਼ੁਰੂ ਹੋ ਜਾਂਦਾ ਹੈ। ਅਸੀਂ ਤੁਹਾਡੇ ਕੋਲ ਇਜਾਜ਼ਤ ਚਾਹਾਂਗੇ। ਤੁਸੀਂ ਸਾਡਾ ਇਹ ਪ੍ਰੋਗਰਾਮ ਡਿਸਕਵਰ ਪਾਕਿਸਤਾਨ ਦੇ ਉੱਪਰ ਫੇਸਬੁੱਕ ਔਰ YouTube ਦੇ ਉੱਪਰ ਵੀ ਵੇਖ ਸਕਦੇ ਹੋ ਔਰ ਆਪਣੀ ਕੀਮਤੀ ਰਾਏ ਸਾਨੂੰ ਜ਼ਰੂਰ ਦੇਣਾ। ਇਹਦੇ ਨਾਲ ਹੀ ਭੁਪਿੰਦਰ ਸਿੰਘ ਲਵਲੀ ਦੀ ਸਾਰੀ ਟੀਮ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਆ। ਮਿਲਦੇ ਆ ਇਹੋ ਜਿਹੇ ਕਿਸੇ ਹੋਰ ਥਾਂ, ਕਿਸੇ ਹੋਰ ਇਤਿਹਾਸਕ ਜਗ੍ਹਾ ਤੇ। ਸੋ ਸਾਨੂੰ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ ਪਾਕਿਸਤਾਨ।